This program is sponsored by Prime Link Express, Gurmeet Mali, Union Truck Stop, Bakersfield, Sukhi Kuman. ਅੱਜ ਆਪਾਂ ਬੜੇ ਦਿਨਾਂ ਬਾਅਦ ਕਰੋਨਾ ਵਾਇਰਸ ਮਹਾਮਾਰੀ ਬਾਰੇ ਦੁਬਾਰਾ ਚਰਚਾ ਕਰਨੀ ਹੈ। ਤੁਹਾਨੂੰ ਪਤਾ ਹੀ ਆ ਕਿ ਕਰੋਨਾ ਵਾਇਰਸ ਦੇ ਕੇਸਿਸ ਲਗਾਤਾਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵਧ ਰਹੇ ਨੇ। ਭਾਰਤ ਦੇ ਵਿੱਚ ਆਲਮੋਸਟ ਕਰੀਬ 2 ਲੱਖ ਦੇ ਕਰੀਬ ਕੇਸ ਹੋ ਗਏ ਆ, 5500 ਦੇ ਕਰੀਬ ਮੌਤਾਂ ਹੋ ਗਈਆਂ। ਪੰਜਾਬ ਦੇ ਵਿੱਚ ਕਰੀਬ 2300 ਦੇ ਕਰੀਬ ਕੇਸ ਹੋਏ ਆ, 44-45 ਮੌਤਾਂ ਹੋ ਗਈਆਂ ਵਾ। ਕੇਸਿਸ ਵਧ ਰਹੇ ਆ ਔਰ ਭਾਰਤ ਇਸ ਵੇਲੇ ਦੁਨੀਆ ਦੇ ਵਿੱਚ 7ਵੇਂ ਨੰਬਰ ਤੇ ਆ ਗਿਆ ਵਾ ਕਰੋਨਾ ਵਾਇਰਸ ਦੇ ਕੇਸਿਸ ਦੇ ਤਹਿਤ। ਕੇਸਿਸ ਵਧ ਰਿਹਾ, ਲੇਕਿਨ ਇੱਥੇ ਢਿੱਲਾਂ ਹੋਰ ਦਿੱਤੀਆਂ ਜਾ ਰਹੀਆਂ। ਲਾਕਡਾਊਨ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ। ਲਾਕਡਾਊਨ ਦੇ ਥਾਂ ਤੇ ਅਨਲੌਕ 10 ਸ਼ੁਰੂ ਹੋ ਗਿਆ ਵਾ। ਅੱਜ ਆਪਾਂ ਵਿਚਾਰ ਚਰਚਾ ਕਰਨੀ ਆ ਕਿ ਇਹ ਸਹੀ ਆ ਕਿ ਜਦੋਂ ਕੇਸਿਸ ਵਧ ਰਹੇ ਆ ਤੇ ਅਸੀਂ ਲਾਕਡਾਊਨ ਦੇ ਵਿੱਚ ਢਿੱਲ ਦੇ ਰਹੇ ਹਾਂ। ਇਹਦੇ ਤੇ ਅਸੀਂ ਅੱਜ ਵਿਚਾਰ ਚਰਚਾ ਕਰਨੀ ਆ। ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਜੇ। ਸਾਡੇ 2 ਨੰਬਰਸ ਨੇ ਜਿੱਥੇ ਤੁਸੀਂ ਕਾਲ ਕਰ ਸਕਦੇ ਜੇ, 9165431320 ਔਰ 7187753585। ਇਹ ਦੋਵੇਂ ਨੰਬਰਸ ਲਗਾਤਾਰ ਤੁਹਾਡੀ ਸਕਰੀਨ ਦੇ ਉੱਪਰ ਇਸ ਸ਼ੋਅ ਦੇ ਦੌਰਾਨ ਆਉਣਗੇ। ਫੇਸਬੁੱਕ ਦੇ ਉੱਪਰ ਵੀ ਜਾ ਕੇ ਤੁਸੀਂ ਆਪਣੇ ਕਮੈਂਟਸ ਪੋਸਟ ਕਰ ਸਕਦੇ ਜੀ। ਮੈਂ ਦੱਸਣਾ ਚਾਹੁੰਦਾ ਵਾਂ ਕਿ ਅੱਜ ਆਪਾਂ ਗੱਲ ਕਰਨੀ ਆ ਵੀ ਕਰੋਨਾ ਵਾਇਰਸ ਦੇ ਕੇਸ ਕਿਉਂ ਵਧ ਰਹੇ ਆ ਔਰ ਕਰੋਨਾ ਵਾਇਰਸ ਦੇ ਕੇਸ ਜਦੋਂ ਵਧ ਰਹੇ ਆ ਉਹਦੇ ਦਰਮਿਆਨ ਕੀ ਆਪਾਂ ਨੂੰ ਜਿਹੜੀ ਲਗਾਤਾਰ ਜਿਹੜੀ ਤਾਲਾਬੰਦੀ ਸੀ ਉਹਦੇ 'ਚ ਢਿੱਲ ਦੇਣੀ ਸਹੀ ਆ। ਇਹਦੇ 'ਤੇ ਆਪਾਂ ਅੱਜ ਲਗਾਤਾਰ ਗੱਲ ਕਰ ਰਹੇ ਹਾਂ ਔਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਜੀ। ਮੈਂ ਦੱਸਣਾ ਚਾਹੁੰਦਾ ਵਾਂ ਕਿ ਹੁਣ ਪੰਜਾਬ ਦੇ ਵਿੱਚ ਸ਼ਾਪਸ ਜਿਹੜੀਆਂ ਵਾ ਸਵੇਰੇ 7 ਤੋਂ ਲੈ ਕੇ ਸ਼ਾਮ 7 ਵਜੇ ਤੱਕ ਖੁੱਲ੍ਹ ਸਕਦੀਆਂ। ਚੰਡੀਗੜ੍ਹ ਦੇ ਵਿੱਚ ਜਿੱਥੇ ਵੀ ਲਗਾਤਾਰ ਨਵੇਂ ਕੇਸਿਸ ਆ ਰਹੇ ਆ, 10 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਪਸ ਖੁੱਲ੍ਹਣਗੀਆਂ। ਘਰੇਲੂ ਫਲਾਈਟਾਂ ਸ਼ੁਰੂ ਹੋ ਗਈਆਂ ਵਾ, ਕਾਫੀ ਥਾਵਾਂ 'ਤੇ ਘਰੇਲੂ ਫਲਾਈਟਾਂ ਚੱਲ ਪਈਆਂ ਵਾ। ਅੱਜ ਤੋਂ ਟ੍ਰੇਨਸ ਵੀ ਸ਼ੁਰੂ ਹੋ ਗਈਆਂ। ਆਲਮੋਸਟ 200 ਟ੍ਰੇਨਸ ਜਿਹੜੀਆਂ ਵਾ ਸ਼ੁਰੂ ਹੋਈਆਂ ਔਰ ਅਗਲੇ ਦਿਨਾਂ ਦੇ ਵਿੱਚ ਸ਼ਤਾਬਦੀ ਜਿਹੜੀ ਚੰਡੀਗੜ੍ਹ ਤੋਂ ਦਿੱਲੀ ਜਾਂਦੀ ਸੀ, ਦਿੱਲੀ ਤੋਂ ਚੰਡੀਗੜ੍ਹ ਆਉਂਦੀ ਸੀ, ਹੋਰ ਵੀ ਥਾਵਾਂ 'ਤੇ ਸ਼ਤਾਬਦੀ ਜਾਂਦੀ ਸੀ, ਉਹ ਵੀ ਸ਼ੁਰੂ ਹੋਣ ਜਾ ਰਹੀ ਹੈ। ਮੈਂ ਦੱਸਣਾ ਚਾਹੁੰਦਾ ਵਾਂ ਕਿ ਜੂਨ 8 ਤੋਂ ਬਾਅਦ ਸਾਡੇ ਧਾਰਮਿਕ ਸਥਾਨ ਜਿਹੜੇ ਆ ਉਹ ਵੀ ਖੁੱਲ੍ਹਣ ਜਾ ਰਹੇ ਆ, ਮਾਲਸ ਖੁੱਲ੍ਹਣ ਜਾ ਰਹੀਆਂ ਵਾ, ਹੋਟਲ ਖੁੱਲ੍ਹਣ ਜਾ ਰਹੇ ਆ। ਔਰ ਇਸ ਦੇ ਬਾਵਜੂਦ ਕਿ ਰੋਜ਼ ਲਗਾਤਾਰ ਆਲਮੋਸਟ ਕਰੀਬ 8000 8,500 ਦੇ ਕਰੀਬ ਕੇਸਿਸ ਆ ਰਹੇ ਆ। ਸੋ ਐਤਵਾਰ ਨੂੰ ਵੀ 8400 ਕੇਸ ਆਏ, ਸੋਮਵਾਰ ਨੂੰ ਵੀ ਕਰੀਬ ਇੰਨੇ ਹੀ ਕੇਸ ਆਏ। ਚੰਗੀ ਖਬਰ ਇਹ ਆ ਕਿ ਰਿਕਵਰੀ ਰੇਟ ਆਪਣਾ ਕਾਫੀ ਜ਼ਿਆਦਾ, ਆਲਮੋਸਟ 48%, 50% ਦੇ ਕਰੀਬ ਆਪਣਾ ਰਿਕਵਰੀ ਰੇਟ ਹੈ। ਸੋ ਮੌਤਾਂ ਘੱਟ ਹੋ ਰਹੀਆਂ ਲੇਕਿਨ ਕੇਸ ਲਗਾਤਾਰ ਵੱਧ ਰਹੇ ਆ। ਔਰ ਚੌਥੇ ਫੇਜ਼ ਦੇ ਵਿੱਚ ਜਿਹੜਾ ਲਾਸਟ ਫੇਜ਼ ਸੀ ਮਈ 15 ਤੋਂ ਲੈ ਕੇ ਤੇ ਮਈ 31 ਤੱਕ, ਉਹਦੇ ਵਿੱਚ ਆਲਮੋਸਟ 86,000 ਕੇਸ ਨਵੇਂ ਕੇਸ ਆਏ ਆ। ਪਹਿਲੀ ਫੇਜ਼ ਦੇ ਵਿੱਚ 11,000, ਦੂਜੀ 'ਚ 31,000, ਤੀਜੀ 53,000, ਚੌਥੀ ਫੇਜ਼ ਜਿਹੜੀ ਖਤਮ ਕਰਕੇ ਹਟਿਆ ਉਹਦੇ 86,000। ਸੋ ਪਹਿਲੀ ਫੇਜ਼ ਦੇ ਵਿੱਚ ਜਦੋਂ 11,000 ਕੇਸ ਆਏ ਅਸੀਂ ਲਾਕਡਾਊਨ, ਟੋਟਲ ਲਾਕਡਾਊਨ, ਕਰਫਿਊ ਲਾਤਾ। ਔਰ ਚੌਥੀ ਫੇਜ਼ ਦੇ ਵਿੱਚ ਜਦੋਂ 5 ਗੁਣਾ ਕੇਸ, 6 ਗੁਣਾ ਕੇਸ ਵੱਧ ਗਏ, 86,000 ਕੇਸ ਹੋ ਗਏ, ਉਦੋਂ ਅਸੀਂ ਢਿੱਲਾਂ ਦੇਣੀਆਂ ਸ਼ੁਰੂ ਕਰਦੇ ਹਾਂ। ਕੀ ਇਹ ਸਹੀ ਹੈ? ਇਹਦੇ ਤੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ। ਇੱਕ ਕਾਲਰ ਸਾਡੇ ਨਾਲ ਆਲਰੇਡੀ ਜੁੜ ਗਏ ਆ, ਦੇਖਦੇ ਕੀ ਆਉਂਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਮੀਪ ਜੀ। ਹਾਂਜੀ, ਥੈਂਕ ਯੂ ਜੀ। ਹਾਂਜੀ, ਇਹ ਜੀ ਐਕਚੁਅਲੀ ਪੂਰੀ ਦੁਨੀਆ 'ਚ ਇੱਕ ਸਿਸਟਮੈਟਿਕਲੀ ਖੋਲ ਰਿਹਾ, ਜਿਸ ਤਰ੍ਹਾਂ ਅਮਰੀਕਾ ਨੇ ਵੀ ਹੋਲੀ ਕਾਫੀ ਸਟੇਟਸ ਖੋਲ ਦਿੱਤੀਆਂ ਗਈਆਂ, ਕੈਨੇਡਾ ਵੀ ਖੋਲ ਰਿਹਾ ਹੈ। ਪਰ ਸਾਡੀ ਜਿਹੜੀ ਇੱਥੇ ਕਹਿੰਦੇ ਸੀ ਪੀਕ ਹਿੱਟ ਕਰ ਗਈ ਹੈ। ਜਿਹੜਾ ਇੰਡੀਆ ਦੇ ਪੀਕ ਹੈ ਉਹ ਕਹਿੰਦੇ ਜੂਨ ਜੁਲਾਈ ਟਾਈਮ ਫਰੇਮ ਜੋ ਅਸੀਂ ਸੁਣਨ ਚ ਆ ਰਿਹਾ ਹੈ। ਸੋ ਇਹ ਹੁਣ ਹੋ ਸਕਦਾ ਉਹਨਾਂ ਨੇ ਟੂ ਅਰਲੀ ਲਾਕਡਾਊਨ ਕਰ ਦਿੱਤਾ, ਪਰ ਟੂ ਅਰਲੀ ਵੀ ਚੰਗਾ ਹੀ ਸੀਗਾ ਤਾਂ ਜੋ ਕੇਸ ਵਧਣ ਨਾ। ਸੋ ਇਹ ਜਿਹੜੀ ਸਿਚੁਏਸ਼ਨ ਹੈ ਕਿਹਾ ਨਹੀਂ ਜਾ ਸਕਦਾ, ਬਟ ਇਹਨਾਂ ਨੇ ਜਿਹੜੇ ਹੌਟ ਸਪੌਟ ਨੇ ਉਹਨਾਂ ਨੂੰ ਕਾਫੀ ਇੰਡੀਆ ਨੇ ਜੇ ਦੇਖਿਆ ਜਾਵੇ ਤੇ ਕੰਟਰੋਲ ਰੱਖਿਆ, ਬਲ ਉਹਨਾਂ ਨੇ ਉਹ ਨਹੀਂ ਖੋਲੇ ਪੂਰੀ ਚੰਗੀ ਤਰ੍ਹਾਂ, ਦਿੱਲੀ ਵਗੈਰਾ। ਸੋ ਬਾਕੀ ਥੋੜਾ ਜਿਹਾ ਚੰਗਾ ਹੀ, ਚਲੋ ਟ੍ਰੇਨ ਤੇ ਲੋਕ ਕਾਫੀ ਫਸੇ ਹੋਏ ਸੀ, ਬਹੁਤ ਮੁਸ਼ਕਲ ਆ ਰਹੀ ਹੈ ਜਿਹੜਾ। ਪਰ ਸਮੀਪ ਇਹ ਮੈਨੂੰ ਕੋਈ ਸਾਇੰਟੀਫਿਕਲੀ ਕੋਈ ਗੱਲ ਸਮਝ ਨਹੀਂ ਆਈ ਵੀ ਜਦੋਂ 10-11,000 ਕੇਸ ਸੀ ਤੇ ਕਰਫਿਊ ਲਾਤਾ ਸੀ, ਹੁਣ ਜਦੋਂ ਆਲਮੋਸਟ ਇਸ ਚੌਥੀ ਫੇਜ਼ ਦੇ ਵਿੱਚ 86,000 ਕੇਸ ਹੋਏ ਆ ਤੇ ਅਸੀਂ ਅਨਲੌਕ ਸ਼ੁਰੂ ਕਰਤਾ, ਇਹਦੀ ਕੀ ਸਾਇੰਟੀਫਿਕ ਰੀਜ਼ਨ ਕੀ ਹੋਈ? ਹਾਂਜੀ, ਜਿਸ ਤਰ੍ਹਾਂ ਤੁਸੀਂ ਦੇਖੋ ਕਿ ਜਦੋਂ ਤੁਸੀਂ ਕਹਿੰਦੇ ਫਲੈਟ ਹੈ, ਪੀਕ ਜਿਹੜੀ ਹੈ ਫਲੈਟ ਹੋ ਗਈ ਹੈ। ਅਮਰੀਕਾ 'ਚ ਵੀ ਖੋਲਿਆ, ਜਦ ਕਿ ਇੱਥੇ ਸਾਡੇ 19 ਲੱਖ ਕੇਸ ਨੇ ਤੇ ਹਾਲੇ ਵੀ 14 ਲੱਖ ਕੇਸ ਜਿਹੜੇ ਰਿਕਵਰ ਨਹੀਂ ਹੋਏ, 13 ਲੱਖ। ਪਰ ਉਹਨਾਂ ਨੂੰ ਲੱਗਦਾ ਕਿ ਇਹ ਪੀਕ ਹਿੱਟ ਕਰ ਗਈ ਹੈ। ਸੋ ਜੇ ਪੀਕ ਹਿੱਟ ਕਰ ਗਈ, ਹੁਣ ਕਮਿਊਨਿਟੀ ਸਪਰੈਡ ਥੋੜਾ ਸਟੇਬਲ ਹੋ ਜਾਏਗਾ। ਬਟ ਜੇ ਇੱਕਦਮ ਖੋਲ ਦਿੱਤਾ ਗਿਆ ਤੇ ਫਿਰ ਤੋਂ ਸ਼ੁਰੂ ਹੋ ਜਾਏਗਾ ਸਪਰੈਡ, ਕਿਉਂਕਿ 14 ਦਿਨ ਦਾ ਤੇ
ਇਹ ਜਿਹੜਾ ਵੀ ਮਾਡਲ ਯੂਜ਼ ਕਰ ਰਹੇ ਨੇ ਉਧਰੋਂ ਇਹ ਸੁਜੈਸ਼ਨਸ ਆ ਰਹੀਆਂ ਤੇ ਪਰ ਟੂ अर्ਲੀ ਚੰਗੀ ਤਰ੍ਹਾਂ ਖੋਲਣਾ ਵੀ ਠੀਕ ਨਹੀਂ ਹੈ। ਪਰ ਤੁਹਾਡਾ ਬਿਲਕੁਲ ਕੁਐਸਚਨ ਹੈ, ਕਾਫੀ ਲੋਕਾਂ ਦੇ ਸਮਝ, ਸਾਨੂੰ ਵੀ ਸਮਝ ਪੂਰਾ ਨਹੀਂ ਹੈ, ਬਟ ਜੋ ਵੀ ਮਾਡਲ ਇਹ ਫੋਲੋ ਕਰ ਰਹੇ ਨੇ WHO ਵੱਲੋਂ, ਉਹ ਮੈਂ ਪੂਰਾ ਸਟੱਡੀ ਨਹੀਂ ਕੀਤਾ ਤੇ ਮੈਂ ਇਸ ਬਾਰੇ ਪਰ ਲੱਗ ਹੀ ਹੋ ਰਿਹਾ ਕਿ ਇਹ ਸਾਰੇ ਕੰਸਿਸਟੈਂਟਲੀ ਸਾਰੇ ਉਹ ਫੋਲੋ ਕਰ ਰਹੇ ਨੇ। ਥੈਂਕ ਯੂ ਤੇ ਬਾਕੀ ਦੂਸਰਾ ਇੱਥੇ ਹਾਂਜੀ ਅਮਰੀਕਾ 'ਚ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਪ੍ਰੋਟੈਸਟ ਹੋ ਰਹੇ ਨੇ ਜੀ, ਉਹਦੇ ਕਰਕੇ ਵੀ ਹੁਣ ਕਾਫੀ ਕੰਸਰਨ ਹੈਗਾ ਇਸ ਵੇਲੇ ਕਿ ਜਿਹੜਾ ਸਪਰੈਡ ਹੈ ਉਹ ਬਹੁਤ ਜ਼ਿਆਦਾ ਹੋ ਜਾਏਗਾ, ਕਿਉਂਕਿ ਸੋਸ਼ਲ ਡਿਸਟੈਂਸਿੰਗ ਬਿਲਕੁਲ ਫੋਲੋ ਨਹੀਂ ਹੋ ਰਹੀ। ਬਿਲਕੁਲ। ਇੱਕ ਅਮਰੀਕਾ ਦੇ ਵਿੱਚ ਇੱਕ ਨਵੀਂ ਪ੍ਰੋਬਲਮ ਸ਼ੁਰੂ ਹੋ ਗਈ ਆ ਔਰ ਬੜੀ ਸੀਰੀਅਸ ਪ੍ਰੋਬਲਮ ਆ। ਇੱਕ ਕਾਲੇ ਰੰਗ ਦੇ ਸ਼ਖਸ ਦੇ ਨਾਲ ਧੱਕਾ ਹੋਇਆ, ਉਹਨੂੰ ਪੁਲਿਸ ਜ਼ਿਆਦਤੀ ਦੇ ਵਿੱਚ ਉਹਨੂੰ ਮਾਰਤਾ ਗਿਆ ਔਰ ਉਹਦੇ ਕਰਕੇ ਬਹੁਤ ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ। ਕਈ ਆਲਮੋਸਟ 120 ਥਾਵਾਂ ਤੇ। ਮੇਰੇ ਘਰ ਤੋਂ 1 ਮਾਈਲ ਦੂਰ ਵੀ ਇਸ ਵਕਤ ਸਾਡੇ ਇਲਾਕੇ 'ਚ ਕਰਫਿਊ ਲੱਗਾ ਹੁਣ ਇਸ ਵਕਤ, ਕਿਉਂਕਿ ਇੱਥੇ ਵੀ 2014 ਵਿੱਚ ਬਿਲਕੁਲ ਨਾਲ ਹੀ ਇੱਥੇ ਵਾਲਮਾਰਟ ਵਿੱਚ ਇੱਕ ਬਲੈਕ, ਵੈਸੇ ਉਹਨੇ ਪੈਲਟ ਗਨ ਮੋਢੇ ਤੇ ਰੱਖੀ ਸੀ ਬਾਏ ਕਰਨ ਲਈ, ਜਾਂ ਉਹ ਫਿਰ ਰਿਹਾ ਸੀ ਲੈ ਕੇ ਵਾਲਮਾਰਟ, ਤੇ ਸਾਡੇ ਇੱਥੇ ਗੁਆਂਢ 'ਚ ਵੀ ਇਸ ਵਕਤ ਪ੍ਰੋਟੈਸਟ ਚੱਲ ਰਹੇ ਨੇ ਤੇ ਨੈਸ਼ਨਲ ਗਾਰਡ ਉੱਥੇ ਆਈ ਹੋਈ ਹੈ ਤੇ ਕਾਫੀ ਪੀਸਫੁਲ ਹੈ। ਪਰ ਤੇ ਮੈਂ ਵੀ ਥੋੜਾ ਦੇਖਣ ਨੂੰ ਮਿਲਿਆ ਕਿਸ ਤਰ੍ਹਾਂ ਪ੍ਰੋਟੈਸਟ ਕਰਦੇ ਨੇ। ਸੋ ਹੋਪਫੁਲੀ ਇਹ ਲੂਟਿੰਗ ਵੀ ਹੋ ਰਹੀ ਹੈ, ਪਰ ਹਾਲੇ ਤੱਕ ਕੋਈ ਪੁਲਿਸ ਵੱਲੋਂ ਗੋਲੀ ਚਲਾ ਕੇ ਜਾਂ ਕਿਸ ਤਰ੍ਹਾਂ ਨੂੰ ਉਸ ਤਰ੍ਹਾਂ ਨਹੀਂ ਹੋਇਆ, ਬਟ ਵੀ ਹੋਪ ਕਿ ਇਹ ਸਾਰਾ ਠੀਕ ਹੋ ਜਾਏਗਾ। ਬਿਲਕੁਲ ਜੀ, ਅਸੀਂ ਵੀ ਆਸ ਕਰਦੇ ਹਾਂ ਸਮੀਪ ਜੀ, ਆਸ ਕਰਦੇ ਹਾਂ। ਮਿਨੈਪੋਲਿਸ ਤੋਂ ਸ਼ੁਰੂ ਹੋਇਆ ਸੀ ਮਸਲਾ ਔਰ ਸਾਰੇ ਅਮਰੀਕਾ ਦੇ ਵਿੱਚ ਫੈਲ ਗਿਆ। ਕੱਲ ਵਾਈਟ ਹਾਊਸ ਦੇ ਬਾਹਰ ਵੀ ਪ੍ਰੋਟੈਸਟ ਹੋਏ ਆ ਔਰ ਰਾਸ਼ਟਰਪਤੀ ਟਰੰਪ ਨੂੰ ਆਪਣੇ ਬੰਕਰ ਦੇ ਵਿੱਚ ਥੋੜੀ ਦੇਰ ਵਾਸਤੇ 1 ਘੰਟੇ ਵਾਸਤੇ ਜਾਣਾ ਪਿਆ, ਕਿਉਂਕਿ ਇੰਜ ਲੱਗਦਾ ਸੀ ਸ਼ਾਇਦ ਪ੍ਰੋਟੈਸਟਰਸ ਵਾਈਟ ਹਾਊਸ ਦੇ ਵਿੱਚ ਨਾ ਕਿਤੇ ਵੜ ਜਾਣ। ਮੀਨਵਾਈਲ ਨਿਸ਼ਾਨ ਢਿੱਲੋਂ, ਰਾਣਾ ਪਰਮਜੋਤ, ਅਵਤਾਰ ਸਿੰਘ, ਲਵਿਸ਼ ਵਧਵਾ, ਰੇਸ਼ਮ ਬਰਾੜ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਹੋਏ ਨੇ। ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਕੇਸਿਸ ਭਾਰਤ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਦੇ ਵੱਧ ਰਹੇ ਆ, ਲੇਕਿਨ ਅਸੀਂ ਅਨਲੌਕ ਕਰ ਰਹੇ ਹਾਂ, ਲਾਕਡਾਊਨ ਦੇ ਵਿੱਚ ਢਿੱਲਾਂ ਦੇ ਰਹੇ ਹਾਂ। ਕੀ ਇਹ ਸਹੀ ਆ ਜਾਂ ਹੋਰ ਕੋਈ ਚਾਰਾ ਹੈ? ਇਹਦੇ ਤੇ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਜੀ। ਮੈਨੂੰ ਚੰਗਾ ਲੱਗਾ ਤੁਸੀਂ ਅੱਜ ਜੁੜ ਸਕੇ ਜੇ, ਉਸ ਦਿਨ ਪਿਛਲੇ ਹਫਤੇ ਕੋਈ ਦਿੱਕਤ ਆ ਗਈ ਸੀ। ਹਾਂਜੀ ਰਾਮ ਸ਼ਰਮਾ ਜੀ। ਸੰਧੂ ਸਾਹਿਬ, ਦਰਅਸਲ ਗੱਲ ਇਹ ਹੈ ਕਿ ਜਿਹੜਾ ਲਾਕਡਾਊਨ ਜਿਹੜਾ ਹੈਗਾ ਨਾ, ਇਹ ਇੱਕ ਤਰ੍ਹਾਂ ਦਾ ਇਹਦਾ ਟ੍ਰੀਟਮੈਂਟ ਵੀ ਹੈ ਜੇ ਦੇਖਿਆ ਜਾਵੇ ਤਾਂ। ਪਰ ਦੂਸਰੇ ਪਾਸੇ ਇਹ ਗੱਲ ਹੈ ਕਿ ਹਿੰਦੁਸਤਾਨ ਲਾ ਲਓ, ਪੰਜਾਬ ਲਾ ਲਓ, ਓਵਰ ਕਰਾਊਡਡ ਕੰਟਰੀ ਹੈਗਾ ਔਰ ਜਿੱਥੇ ਲੋਕਾਂ ਦੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਉਹਨਾਂ ਨੂੰ ਬਾਹਰ ਨਿਕਲਣਾ ਪੈਂਦਾ ਜੀ। ਔਰ ਇਸ ਕਰਕੇ ਜਿਹੜੀ ਡਿਸਟੈਂਸ ਰੱਖਣ ਦੀ ਘੇਰਾਬੰਦੀ ਹੈ ਨਾ, ਉਹ ਲੋਕ ਨਹੀਂ ਕਰਦੇ। ਤੁਸੀਂ ਮੇਰੇ ਮੂਹਰੇ ਤੇ ਮੈਂ ਤੁਹਾਡੇ ਮੂਹਰੇ ਤੇ, ਇਸ ਕਰਕੇ ਜਿਹੜਾ ਹੈਗਾ ਇਸ ਤੇ ਰਸ਼ ਹੁੰਦਾ ਔਰ ਇਹੀ ਇੱਕੋ ਇੱਕ ਚਾਂਸ ਹੈਗਾ ਜਿਹਦੇ ਨਾਲ ਇਹ ਕਰੋਨਾ ਦੇ ਕੇਸ ਆ ਜਿਹੜੇ ਉਹ ਵੱਧ ਰਹੇ ਆ। ਔਰ ਦੂਸਰੀ ਗੱਲ ਇਹ ਕਿ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਨੂੰ ਉਨੇ ਟੂਲ ਉਹਨਾਂ ਕੋਲ ਹੈ ਨਹੀਂ, ਉਹਨਾਂ ਕੋਲ ਯੰਤਰ ਹੈ ਨਹੀਂ ਉਹਨੇ ਕਿ ਉਹ ਇਸ ਤਰ੍ਹਾਂ ਕਰ ਸਕਣ। ਸਿਰਫ ਫੋਰਸ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਨਹੀਂ, ਇਹ ਤਾਂ ਲੋਕ ਆਪ ਦਾ ਬਚਾਅ ਆਪ ਕਰਨ। ਤੁਸੀਂ ਦੇਖੋ ਕਿ ਮਗਰਲਾ ਟਾਈਮ ਜਿੰਨਾ ਚਿਰ ਲਾਕਡਾਊਨ ਦੇ ਨਾਲ ਕਰਫਿਊ ਰਿਹਾ। ਹਾਂਜੀ, ਤੁਸੀਂ ਕੁਝ ਕਹਿ ਰਹੇ ਹੋ? ਨਹੀਂ, ਤੁਸੀਂ ਆਪਣੀ ਗੱਲ ਕਰੋ ਰਾਮ ਸ਼ਰਮਾ ਜੀ। ਤੁਸੀਂ, ਮੈਂ ਤੁਹਾਡੀ ਗੱਲ ਸੁਣ ਰਿਹਾ। ਲਾਕਡਾਊਨ ਰਿਹਾ ਜੀ, ਉਹਦੇ ਤੁਸੀਂ ਦੇਖੋ ਕਿ ਨਾਨੀਆਂ ਜਿਹੜੀਆਂ ਸੀਗੀਆਂ ਉਹ ਦੋਹਤੀਆਂ ਨੂੰ ਤਰਸ ਗਈਆਂ ਤੇ ਜਿਹੜੀਆਂ ਦਾਦੀਆਂ ਸੀਗੀਆਂ ਉਹ ਪੋਤੀਆਂ ਨੂੰ ਤਰਸ ਗਈਆਂ, ਉਹ ਉਹਨਾਂ ਨੂੰ ਮਿਲਣ ਭੱਜ ਪਈਆਂ। ਇਸ ਕਰਕੇ ਜਿਹੜਾ ਹੈਗਾ ਨਾ, ਅਨਵਾਂਟਡ ਲੋਕ ਆ ਜਿਹੜੇ ਉਹ ਬਾਹਰ ਨਿਕਲਣ ਲੱਗ ਗਏ, ਜਿਹੜੇ ਕਿ ਇੱਕ ਜਿਹੜਾ ਹੈਗਾ ਇੱਕ ਮਾੜਾ ਸਮਾਂ ਪੈਦਾ ਕਰਨਗੇ। ਇਸ ਕਰਕੇ ਬਚਣ ਦੀ ਲੋੜ ਹੈ ਇਸ ਤੋਂ, ਜਿੰਨਾ ਬਚਿਆ ਜਾਵੇ। ਥੈਂਕ ਯੂ ਵੈਰੀ ਮਚ। ਮਿਹਰਬਾਨੀ। ਬਚਣ ਦੀ ਲੋੜ ਹੈ ਜਿੰਨਾ ਬਚਿਆ ਜਾ ਸਕੇ। ਮੀਨਵਾਈਲ ਕਾਫੀ ਫੇਸਬੁੱਕ ਤੇ 5-6 ਕਮੈਂਟ ਆਏ ਆ। ਰਾਣਾ ਪਰਮਜੋਤ ਕਹਿ ਰਹੇ ਨੇ ਕਿ ਜੋ ਹੋ ਰਿਹਾ ਵਾ ਇੰਡੀਆ ਦੇ ਵਿੱਚ ਲੌਜੀਕਲ ਨਹੀਂ, ਪਰ ਜਿੱਥੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਸਕਦਾ ਵਾ ਉੱਥੇ ਤੁਸੀਂ ਲੌਜਿਕ ਐਕਸਪੈਕਟ ਨਹੀਂ ਕਰ ਸਕਦੇ। ਰਾਣਾ ਪਰਮਜੋਤ ਜੀ, ਆਪਾਂ ਕਿਉਂ ਇੰਡੀਆ ਨੂੰ ਕਿਉਂ ਬਲੇਮ ਕਰੀਏ? ਅਮਰੀਕਾ 'ਚ ਵੇਖ ਲਓ ਕੀ ਹੋ ਰਿਹਾ ਵਾ ਔਰ ਕੀ ਕੱਲ ਰਾਸ਼ਟਰਪਤੀ ਟਰੰਪ ਦੀਆਂ ਕੀ ਸਟੇਟਮੈਂਟਸ ਆਈਆਂ ਵਾ। ਪਰ ਫਿਰ ਵੀ ਅਮਰੀਕਾ ਦੇ ਵਿੱਚ ਸਥਿਤੀ ਗਵਰਨਰਸ ਨੇ ਕਾਫੀ ਹੱਦ ਤੱਕ ਬਹੁਤ ਵਧੀਆ ਸੰਭਾਲੀ ਆ। ਉੱਥੇ ਨੈਸ਼ਨਲ ਗਾਰਡਸ ਨੂੰ ਬੁਲਾਇਆ ਗਿਆ, ਲੇਕਿਨ ਨੈਸ਼ਨਲ ਗਾਰਡਸ ਵੀ ਹਾਲੀ ਕਾਫੀ ਧੀਰਜ ਦੇ ਨਾਲ ਉੱਥੇ ਮੈਂ ਦੇਖ ਰਿਹਾ ਵਾਂ ਕੰਮ ਲੈ ਰਿਹਾ। ਲੇਕਿਨ ਇਹ ਅਮਰੀਕਾ ਦੀ ਗੱਲ ਆ, ਆਪਾਂ ਭਾਰਤ ਦੀ ਗੱਲ ਕਰ ਰਹੇ ਹਾਂ। ਇੱਥੇ ਮਹਾਮਾਰੀ ਦੇ ਕੇਸਿਸ ਵੱਧ ਰਹੇ ਆ, ਲੇਕਿਨ ਲਾਕਡਾਊਨ ਦੇ ਵਿੱਚ ਢਿੱਲਾਂ ਦਿੱਤੀਆਂ ਜਾ ਰਹੀਆਂ। ਅੱਗੇ ਲਾਕਡਾਊਨ 1, ਲਾਕਡਾਊਨ 2, ਲਾਕਡਾਊਨ 3, ਲਾਕਡਾਊਨ 4 ਔਰ ਹੁਣ ਅਨਲੌਕ 1 ਸ਼ੁਰੂ ਹੋ ਗਿਆ ਵਾ ਔਰ ਟ੍ਰੇਨਾਂ ਚੱਲ ਪਈਆਂ, ਘਰੇਲੂ ਫਲਾਈਟਾਂ ਚੱਲ ਪਈਆਂ, ਦੁਕਾਨਾਂ ਖੁੱਲ੍ਹ ਗਈਆਂ ਵਾ, ਪਰ ਕੇਸਿਸ ਵੱਧ ਰਹੇ ਆ। ਕੀ ਇਹ ਸਹੀ ਆ? ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ।
ਸੰਧੂ ਸਾਹਿਬ ਗੱਲ ਇਹ ਆ ਵੀ ਭਾਵੇਂ ਪਰਮਜੋਤ ਨੇ ਠੀਕ ਕਿਹਾ ਭਾਵੇਂ ਗਲਤ ਕਿਹਾ, ਪਰ ਅਮਰੀਕਾ ਨਾਲ ਨਹੀਂ ਆਪਾਂ ਮਿਲਾ ਸਕਦੇ ਇੰਡੀਆ ਨੂੰ। ਜੀ ਜੀ, ਮਤਲਬ ਅਮਰੀਕਾ ਵੇਖੋ ਗਰੀਬ ਮੁਲਕ ਹੈ, ਇੰਡੀਆ ਬਾਦਸ਼ਾਹ ਮੁਲਕ ਹੈ, ਬਾਦਸ਼ਾਹਾਂ ਦਾ ਤੇ ਬਾਦਸ਼ਾਹੀ ਉੱਥੇ ਕੰਮ ਨੇ, ਤੇ ਪਬਲਿਕ ਨੂੰ ਭਾਵੇਂ 500 ਰੁਪਈਆ ਦਿਓ, ਆਪ 1200 ਕਰੋੜ ਦਾ ਜਹਾਜ਼ ਖਰੀਦ ਲਓ ਜਿਹਦੇ ਸਵਿਮਿੰਗ ਪੂਲ ਵੀ ਲੱਗਾ ਹੋਵੇ ਜੀ, ਤੇ ਆਪਣੀਆਂ ਕੀ ਰੀਸਾਂ ਕਰਨੀਆਂ ਅਮਰੀਕਾ ਨੇ? ਨਹੀਂ, ਇਸ ਵੇਲੇ ਤੇ ਜੋ ਅਮਰੀਕਾ 'ਚ ਹੋ ਰਿਹਾ ਉਹਦੀਆਂ ਰੀਸਾਂ ਨਹੀਂ ਬਾਹਰ ਹੋ ਸਕਦੀਆਂ ਸੋਢੀ ਸਾਹਿਬ। ਵੇਖੋ ਜੀ, ਮਤਲਬ ਮੈਂ ਇੰਡੀਅਨ ਆ, ਭਾਵੇਂ ਮੈਂ ਅਮਰੀਕਾ 'ਚ ਰਹਿਣਾ ਲੇਕਿਨ ਮੈਂ ਹੈ ਇੰਡੀਅਨ ਹੀ। ਮੇਰਾ ਸਰੀਰ ਅਮਰੀਕਾ 'ਚ ਹੈ ਲੇਕਿਨ ਮੇਰੀ ਰੂਹ ਇੰਡੀਆ 'ਚ ਆ। ਜੀ ਜੀ, ਵੀ ਅਮਰੀਕਾ ਦੇ ਵਿੱਚ ਨਾ ਹਰ ਬੰਦੇ ਨੂੰ ਕੋਈ ਰੰਗ ਨਹੀਂ ਵੇਖਿਆ, ਰੂਪ ਨਹੀਂ ਵੇਖਿਆ, ਉਹਦਾ ਕੁਛ ਨਹੀਂ ਵੇਖਿਆ, ਉਹਨੂੰ $1200 ਉਹਨੂੰ ਦੇ ਦਿੱਤਾ। ਨਹੀਂ ਚਲੋ $1200 ਤੇ ਦੇ ਦਿੱਤਾ, ਪਰ ਆ ਜਿਹੜਾ ਮਾਰਿਆ ਵਾ ਬੰਦੇ ਨੂੰ ਉਹ ਵਿਚਾਰਾ ਤਰਸਦਾ ਰਹਿ ਗਿਆ ਵੀ ਮੈਨੂੰ ਸਾਹ ਨਹੀਂ ਆ ਰਿਹਾ, ਪਰ ਫਿਰ ਵੀ ਉਹਦਾ ਗਲ ਘੁੱਟਤਾ। ਵੇਖੋ ਉਹ ਮਾੜਾ ਹੋਇਆ, ਮਤਲਬ ਜਿਹੜੀ ਗੱਲ ਮਾੜੀ ਹੋਈ ਆ ਉਹ ਮਾੜੀ ਹੋਈ ਆ, ਲੇਕਿਨ ਜੋ ਪਹਿਲਾਂ ਹੋਇਆ ਉਹ ਤੁਸੀਂ ਉਹ ਨਹੀਂ ਨਾ ਤੁਹਾਨੂੰ ਪਤਾ। ਨਹੀਂ ਪਤਾ ਜੋ ਉਸ ਤੋਂ ਪਹਿਲਾਂ ਹੋਇਆ ਵੀ ਉਹ ਕਿਉਂ ਬੰਦਾ ਮਾਰਿਆ, ਉਹਦੇ ਪਿੱਛੇ ਵੀ ਰੀਜ਼ਨ ਹੈ ਨਾ। ਉਹਨੇ ਜਾਲੀ ਨੋਟ ਇੱਕ ਵਰਤ ਲਿਆ, ਪਰ ਉਹਦਾ ਜੁਰਮ ਜਿਹੜਾ ਵਾ ਉਹ ਮੌਤ ਤੇ ਨਹੀਂ ਨਾ ਹੈ। ਇਹ ਨਹੀਂ ਗੱਲ ਹੈਗੀ। ਮੈਂ ਫਿਰ ਕਹਿੰਦਾ ਮੈਨੂੰ ਜਿੰਨਾ ਤੁਸੀਂ ਦੁੱਖ ਫੀਲ ਕਰਦੇ ਹੋ ਮੈਨੂੰ ਉਹਦੋਂ ਵੱਧ ਦੁੱਖ ਆ ਉਹਦੇ ਮਰਨ ਦਾ, ਪਰ ਉਹ ਜਿਸ ਵੇਲੇ ਅਪੋਜ਼ ਕੀਤਾ ਨਾ, ਇੰਡੀਆ ਦੇ ਵਿੱਚ ਕੀ ਹੁੰਦਾ ਰਿਹਾ ਤੁਸੀਂ ਮਤਲਬ ਉਹਨੂੰ ਛੱਡੋ, ਆਪਣੇ ਪੰਜਾਬ 'ਚ ਕੀ ਹੁੰਦਾ ਰਿਹਾ, ਸੈਣੀ ਹੋਣੀ ਕੀ ਕਰਦੇ ਰਹੇ ਆ। ਖੂਬੀ ਰਾਮ ਜਿਹੜਾ ਹੁਣ ਮੁੱਖ ਮੰਤਰੀ ਦਾ ਬਣਿਆ ਹਾਲੇ ਸਿਕਿਉਰਿਟੀ ਵਾਲਾ SP, ਇਹ ਕੀ ਕਰਦਾ ਰਿਹਾ? ਤਰਨ ਤਾਰਨ ਦੇ ਕਿਸੇ ਬੰਦੇ ਨੂੰ ਜਾ ਕੇ ਪੁੱਛੋ। ਹਸਪਤਾਲ ਦੇ ਵਿੱਚ ਲਾਸ਼ ਪਈ ਸੀ, ਪੱਟੀ ਦੇ ਵਿੱਚ ਹੋਣੀ, ਮਤਲਬ ਪੋਸਟਮਾਰਟਮ ਹੋਣੀ, ਜਿਹੜੇ ਮੁੰਡੇ ਨਾਲ ਮੁਕਾਬਲੇ 'ਚ ਮਾਰ ਕੇ ਲਿਆਂਦੇ ਸੀ ਨਾ, ਤੇ ਉਹਦੀ ਡੈਡ ਬਾਡੀ ਪਈ ਸੀ, ਪੋਸਟਮਾਰਟਮ ਹੋਣ ਲੱਗਾ ਸੀ, ਤੇ ਉਹ ਕੰਪਾਊਂਡਰ ਨੇ ਆ ਕੇ ਡਾਕਟਰ ਨੂੰ ਕਿਹਾ ਵੀ ਇੱਕ ਮੁੰਡਾ ਤੇ ਜਿੰਦਾ, ਤੇ ਉਹਨੇ ਕਿਹਾ ਉਹਨੂੰ ਪਾਸੇ ਕਰ ਦੇ, ਤੇ ਇਹਨੂੰ ਖੂਬੀ ਰਾਮ ਨੇ ਸੁਣ ਲਿਆ, ਕਹਿੰਦਾ ਕੀ ਹੋਇਆ ਕੀ ਹੋਇਆ? ਕਹਿੰਦਾ ਇੱਕ ਮੁੰਡਾ ਜਿੰਦਾ, ਭੱਜ ਕੇ ਗਿਆ ਨੇ ਉੱਥੇ ਜਾ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ। ਇਹਨਾਂ ਵੱਧ ਨਹੀਂ ਨਾ ਅਮਰੀਕਾ ਦੇ ਕਾਲੇ ਨਾਲ ਹੋ ਗਿਆ। ਬਿਲਕੁਲ ਜੀ, ਜੋ ਹੁੰਦਾ ਰਿਹਾ ਵਾ ਆਪਾਂ ਉਹਦੀ ਵੀ ਆਲੋਚਨਾ ਕਰਦੇ ਆ ਸੋਢੀ ਸਾਹਿਬ, ਔਰ ਤੁਹਾਨੂੰ ਪਤਾ ਹੀ ਆ ਕਿ ਮੈਂ ਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਹਮੇਸ਼ਾ ਹੀ ਜਦੋਜਹਿਦ ਆਪਣੇ ਤਰੀਕੇ ਨਾਲ ਕਰਦਾ ਰਿਹਾ ਵਾਂ। ਅੱਜ ਕੱਲ 1984 ਦਾ ਤੁਹਾਨੂੰ ਪਤਾ ਹੀ ਆ, ਜੂਨ ਦਾ ਹਫਤਾ ਜਿਹੜਾ ਵਾ ਬਹੁਤ ਦਰਦਨਾਕ ਹਫਤਾ ਸ਼ੁਰੂ ਹੋਇਆ ਵਾ, ਔਰ ਇਸ ਹਫਤੇ ਦੇ ਉੱਪਰ ਇਸ ਜੋ ਘਟਨਾ 35 ਸਾਲ ਪਹਿਲਾਂ ਵਾਪਰੀ ਸੀ, ਆਪਰੇਸ਼ਨ ਬਲੂ ਸਟਾਰ ਫੌਜੀ ਹਮਲਾ ਦਰਬਾਰ ਸਾਹਿਬ ਤੇ, ਉਹਦੇ ਤੇ ਮੈਂ 9 ਪਾਰਟ ਦੀ ਡਾਕੂਮੈਂਟਰੀ ਵੀ ਕੀਤੀ ਜਿਹੜੀ YouTube ਦੇ ਉੱਤੇ ਅਵੇਲੇਬਲ ਆ। ਅਗਲੇ ਸ਼ੋਅ ਦੇ ਵਿੱਚ ਆਪਾਂ ਇਹ ਵੀ ਗੱਲ ਕਰਾਂਗੇ ਕਿ ਇਸ ਮਸਲੇ ਦੇ ਉੱਪਰ ਭਾਰਤ ਸਰਕਾਰ ਨੂੰ ਕੀ ਕਰਨਾ ਚਾਹੀਦਾ ਵਾ, ਇਹ ਮਸਲਾ ਕਿਉਂ ਦੁਬਾਰਾ ਔਰ ਹਮੇਸ਼ਾ ਰੜਕਦਾ ਰਹੂਗਾ, ਉਹਦੇ ਤੇ ਵੀ ਗੱਲ ਕਰਾਂਗੇ ਸੋਢੀ ਸਾਹਿਬ। ਖੈਰ, ਇਹ ਦੱਸੋ ਕਿ ਹੁਣ ਲਾਕਡਾਊਨ ਭਾਰਤ ਦੇ ਵਿੱਚ ਖੋਲ੍ਹਣਾ ਚਾਹੀਦਾ ਵਾ ਕਿ ਦੁਬਾਰਾ ਸਖਤੀ ਕਰਨੀ ਚਾਹੀਦੀ ਹੈ? ਵੇਖੋ, ਜਿੱਦਾਂ ਪਹਿਲਾਂ ਇਹਨਾਂ ਨੇ ਸਖਤੀ ਨਾਲ ਬੰਦ ਕੀਤਾ ਸੀ ਉਦਾਂ ਬੰਦ ਵੀ ਨਹੀਂ ਸੀ ਕਰਨਾ ਚਾਹੀਦਾ, ਤੇ ਜਿੱਦਾਂ ਹੁਣ ਖੋਲਦੇ ਪਏ ਉਹ ਵੀ ਨਹੀਂ ਖੋਲਣਾ ਚਾਹੀਦਾ। ਥੋੜਾ ਜਿਹਾ ਧੀਰਜ ਨਾਲ ਕੰਮ ਕਰਨਾ ਚਾਹੀਦਾ। ਮਿਹਰਬਾਨੀ ਜੀ, ਥੈਂਕ ਯੂ। ਧੀਰਜ ਨਾਲ ਕੰਮ ਕਰਨਾ ਚਾਹੀਦਾ ਵਾ, ਜੋ ਪਹਿਲਾਂ ਕੀਤਾ ਉਹ ਵੀ ਗਲਤ ਸੀ, ਔਰ ਜਿਸ ਤਰੀਕੇ ਨਾਲ ਲਾਕਡਾਊਨ ਖੋਲ ਰਹੇ ਆ, ਅਨਲੌਕ ਕਰ ਰਹੇ ਆ ਪਾਬੰਦੀਆਂ ਨੂੰ, ਉਹ ਵੀ ਗਲਤ ਆ। ਇਹ ਸੋਢੀ ਸਾਹਿਬ ਦਾ ਵਿਚਾਰ ਆ, ਮੇਰੇ ਖਿਆਲ ਕਾਫੀ ਲੋਕੀ ਇਹਦੇ ਨਾਲ ਸਹਿਮਤ ਹੋਣਗੇ। ਮੀਨਵਾਈਲ ਨਰਿੰਦਰ ਟਿਵਾਣਾ, ਰਾਣਾ ਪਰਮਜੋਤ, ਮੇਜਰ ਸਿੰਘ, ਰਾਜਵਿੰਦਰ ਪੰਨੂ ਦਾ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਆ। ਰਾਜਵਿੰਦਰ ਪੰਨੂ ਕਹਿ ਰਹੇ ਨੇ ਕਿ ਨਿਤਿਨ ਸੇਠੀ ਜਿਹੜੇ ਜਰਨਲਿਸਟ ਆ, ਉਹਨਾਂ ਦੀ ਇਨਵੈਸਟੀਗੇਸ਼ਨ ਆ ਸੈਂਟਰ ਦੀ, ਜਿਹੜੀ ਕੋਵਿਡ ਦੀ ਹੈਂਡਲਿੰਗ ਆ, ਉਹ ਵੀ ਸਾਡੇ ਨਾਲ ਸ਼ੇਅਰ ਕਰੋ, ਉਹ ਸਭ ਕੁਝ ਐਕਸਪੋਜ਼ ਕਰ ਦਿੰਦੀ ਆ। ਰਾਜਵਿੰਦਰ ਪੰਨੂ ਜੀ, ਤੁਸੀਂ ਮੇਰੇ ਨਾਲ ਸ਼ੇਅਰ ਕਰੋ, ਮੈਂ ਫਿਰ ਆਪਣੇ ਸੱਜਣਾ ਦੇ ਨਾਲ ਅਗਲੇ ਸ਼ੋਅ ਦੇ ਵਿੱਚ ਜਦੋਂ ਵੀ ਮੌਕਾ ਮਿਲਿਆ ਜ਼ਰੂਰ ਸ਼ੇਅਰ ਕਰੂੰਗਾ। ਮੈਨੂੰ ਪਤਾ ਹੈ ਕਾਲਰ ਹੋਲਡ ਕਰ ਰਿਹਾ, ਪਰ ਉਸ ਤੋਂ ਪਹਿਲਾਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਵਾਂ ਕਿ ਲਗਾਤਾਰ ਕੇਸਿਸ ਸਾਰੇ ਮੁਲਕ ਦੇ ਵਿੱਚ ਵੱਧ ਰਹੇ ਆ, ਕੁਝ ਥਾਵਾਂ ਤੇ ਜ਼ਿਆਦਾ ਵੱਧ। ਦਿੱਲੀ ਦੇ ਵਿੱਚ ਆਲਮੋਸਟ 21,000 ਕੇਸਿਸ ਹੋ ਗਏ ਆ, ਉਹਦੇ 'ਚ ਕਰੀਬ 1200-1300 ਨਵੇਂ ਕੇਸ ਰੋਜ਼ ਆ ਰਹੇ ਆ। ਦਿੱਲੀ 'ਚ ਸਥਿਤੀ ਕਾਫੀ ਖਰਾਬ ਆ, ਔਰ ਦਿੱਲੀ ਨੇ ਆਪਣੇ ਬਾਰਡਰ ਜਿਹੜੇ ਇੱਕ ਹਫ਼ਤੇ ਵਾਸਤੇ ਬੰਦ ਕਰਤੇ ਆ। ਦਿੱਲੀ ਦੀ ਇਸ ਕਰਕੇ ਆਲੋਚਨਾ ਵੀ ਹੋ ਰਹੀ ਆ। ਇਸ ਤੋਂ ਇਲਾਵਾ ਬੰਬੇ ਦੇ ਵਿੱਚ ਹਾਲਤ ਕਾਫੀ ਖਰਾਬ ਹੈ, ਅਹਿਮਦਾਬਾਦ, ਕੋਲਕਾਤਾ ਦੇ ਵਿੱਚ ਵੀ ਹਾਲਤ ਕਾਫੀ ਖਰਾਬ ਆ। ਜਿਸ ਤਰੀਕੇ ਨਾਲ ਲਾਕਡਾਊਨ ਖੁੱਲ੍ਹ ਰਿਹਾ, ਉੱਥੋਂ ਇੰਝ ਲੱਗ ਰਿਹਾ ਵੀ ਜੋ ਸ਼ਾਇਦ ਸਵੀਡਨ ਨੇ ਜੋ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਿਆ ਵਾ, ਉਹ ਸ਼ਾਇਦ ਸਹੀ ਸੀ। ਉਹਨਾਂ ਨੇ ਸਖਤੀ ਨਾਲ ਲਾਕਡਾਊਨ ਕਦੀ ਵੀ ਨਹੀਂ ਕੀਤਾ, ਲੇਕਿਨ ਉਹਨਾਂ ਨੇ ਲੋਕਾਂ ਨੂੰ ਪ੍ਰੀਕਾਸ਼ਨਸ ਲੈਣ ਵਾਸਤੇ ਕਿਹਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ। ਹਾਂ ਸਮ ਸਾਹਿਬ। ਹਾਂਜੀ ਹਾਂਜੀ, ਤੁਸੀਂ ਔਨ 에ਅਰ ਜੇ ਭਾਈ ਸਾਹਿਬ। ਹਾਂ, ਮੈਂ ਰੇਸ਼ਮ ਸਿੰਘ ਬੋਲ ਰਿਹਾ ਇੰਟਰਨੈਟ ਤੋਂ। ਰੇਸ਼ਮ ਸਿੰਘ ਜੀ, ਸਵਾਗਤ ਹੈ। ਮੈਨੂੰ ਪਤਾ ਤੁਸੀਂ ਫੇਸਬੁੱਕ ਤੇ ਵੀ ਜੁੜੇ ਸੀ। ਹਾਂਜੀ ਰੇਸ਼ਮ ਜੀ। ਹਾਂਜੀ,
ਇਹ ਨਾ ਪਹਿਲਾਂ ਵੀ ਗਲਤੀ ਕੀਤੀ। ਪਹਿਲਾਂ ਇਹਨਾਂ ਨੇ ਜਦੋਂ ਬਾਰਡਰ ਸੀਲ ਕਰਨੇ ਸੀ ਆਪਣੇ ਇੰਟਰਨੈਸ਼ਨਲ 에ਅਰਪੋਰਟ ਤੇ ਸਕਰੀਨਿੰਗ ਕਰਨੀ ਸੀ। ਹਾਂ ਪਹਿਲਾ ਗਲਤ ਫੈਸਲਾ ਇੰਟਰਨਲ ਦਾ ਕੁਝ ਵੀ ਨਹੀਂ ਸੀ। ਪੰਜਾਬ 'ਚ ਵੀ ਇਹਨਾਂ ਨੇ ਇੱਕਦਮ ਬੰਦੇ ਰੋਕ ਲਏ। ਹਾਂ ਉਦੋਂ ਇਹਨਾਂ ਨੇ ਬਾਹਰ ਸੀਲ ਕਰਨੀਆਂ ਸਾਰੀਆਂ 에ਅਰਪੋਰਟਾਂ ਤੇ ਚੈਕਿੰਗ ਵਧਾਉਣੀ ਸੀ। ਹਾਂ ਅੰਦਰ ਲਾਕਡਾਊਨ ਕਰਨਾ ਤੇ ਸੀਲ ਕਰਨੀ ਕੋਈ ਬਾਰੀ ਉਦੋਂ 1 ਹਫ਼ਤੇ ਦੀ ਖੁੱਲ ਦੇਣੀ ਚਾਹੀਦੀ ਸੀ ਇੰਟਰਨਲ ਲੋਕ, ਤਾਂ ਜੋ ਆਪਣੇ ਖਾਤੇ ਜਾ ਆ ਸਕਦੇ। ਪਹਿਲਾਂ ਵੀ ਗਲਤੀ ਕੀਤੀ, ਹੁਣ ਵੀ ਦੁਬਾਰਾ ਗਲਤੀ ਕਰ ਰਹੇ ਆ। ਮਿਹਰਬਾਨੀ ਜੀ ਰੇਸ਼ਮ ਸਿੰਘ, ਔਰ ਕਾਫੀ ਲੋਕੀ ਸਹਿਮਤ ਹੋਣਗੇ ਜੀ ਕਿ ਪਹਿਲਾਂ ਵੀ ਗਲਤੀ ਕੀਤੀ ਔਰ ਹੁਣ ਵੀ ਜਿਸ ਤਰੀਕੇ ਨਾਲ ਢਿੱਲ ਦਿੱਤੀ ਜਾ ਰਹੀ ਆ ਇਹ ਵੀ ਗਲਤ ਆ। ਪਹਿਲਾਂ ਵੀ ਗਲਤੀ ਔਰ ਹੁਣ ਵੀ ਗਲਤੀ। ਵੈਕਸੀਨ ਦਾ ਬਾਰੇ ਮੈਂ ਜਾਣਕਾਰੀ ਦੇਣੀ ਚਾਹੁੰਦਾ ਵਾਂ। ਬਾਕੀ ਮੁਲਕ ਤੇ ਕੋਸ਼ਿਸ਼ ਕਰ ਹੀ ਰਹੇ ਆ। ਅਮਰੀਕਾ ਕੋਸ਼ਿਸ਼ ਕਰ ਰਿਹਾ, UK 'ਚ ਆਕਸਫੋਰਡ ਯੂਨੀਵਰਸਿਟੀ ਕੋਸ਼ਿਸ਼ ਕਰ ਰਹੀ ਆ, ਔਰ ਹੁਣ ਖਬਰ ਆ ਰਹੀ ਹੈ ਵੀ ਚਾਈਨਾ ਨੇ ਵੈਕਸੀਨ ਕੋਰੋਨਾ ਵਾਇਰਸ ਦੇ ਖਿਲਾਫ, ਚਾਈਨਾ ਤੋਂ ਹੀ ਕੰਮ ਸ਼ੁਰੂ ਹੋਇਆ ਸੀ, ਉਹਨਾਂ ਨੇ ਵੈਕਸੀਨ ਦੇ ਵਿੱਚ ਕਾਫੀ ਪ੍ਰੋਗਰੈਸ ਕੀਤਾ ਔਰ ਉਹ ਕਹਿ ਰਹੇ ਆ ਕਿ ਅਗਲੇ ਕੁਝ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਵੈਕਸੀਨ ਸ਼ਾਇਦ ਮਾਰਕੀਟ ਦੇ ਵਿੱਚ ਉਹ ਲਿਆ ਸਕਣਗੇ। ਇਹ ਚਾਈਨਾ ਦਾ ਦਾਅਵਾ ਵਾ, ਪਤਾ ਨਹੀਂ ਸਹੀ ਆ ਜਾਂ ਗਲਤ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮਨਜੀਤ ਸੰਦਰ ਜੀ ਓਕਲਾਹੋਮਾ ਤੋਂ। ਹਾਂਜੀ ਹਾਂਜੀ ਮਨਜੀਤ ਜੀ, ਮੇਰੇ ਖਿਆਲ ਪਿਛਲੇ ਸ਼ੋਅ 'ਚ ਤੁਸੀਂ ਕੋਸ਼ਿਸ਼ ਕਰਦੇ ਰਹੇ ਪਰ ਲੱਗੀ ਨਹੀਂ ਤੁਹਾਡੀ ਕਾਲ। ਹਾਂਜੀ 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 ਮਨਜੀਤ ਜੀ। ਤੇ ਬਾਕੀ ਸਰ ਅੱਜ ਦੇ ਟੌਪਿਕ ਬਾਰੇ ਤਾਂ ਇਹੀ ਆ ਕਿ ਹਰ ਇੰਡੀਵਿਜੂਅਲ ਨੂੰ ਆਪਣੇ ਆਪ ਤੇ ਹੀ ਜਾਗਰੂਕ ਹੋਣਾ ਪੈਣਾ ਹੈਗਾ। ਜਿਹੜੇ ਲਾਕਡਾਊਨ ਵਾਲਾ ਸਿਸਟਮ ਆ ਇਹ ਤਾਂ ਬਹੁਤੀ ਦੇਰ ਤੱਕ ਨਹੀਂ ਚੱਲ ਸਕਦਾ ਹੈਗਾ, ਕਿਉਂਕਿ ਇਟਸ ਨਾਟ ਰੀਅਲੀ ਫੈਕਟਰਡ ਕਿਉਂਕਿ ਜਿਹੜੀ ਪ੍ਰੋਬਲਮ ਹੈਗੀ ਹੈ ਮਲਟੀਪਲਾਈ ਹੁੰਦੀ ਹੈ, ਨਾ ਕਿ ਐਡ ਹੁੰਦੀ ਹੈਗੀ ਹੈ। ਬਾਕੀ ਸਰ ਇਹ ਨਹੀਂ ਪਤਾ ਲੱਗਦਾ ਵੀ ਅੰਕੜੇ ਇੰਨੇ ਵਧੀ ਜਾਂਦੇ ਆ। ਜਦੋਂ ਵੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਕਿ ਤੁਹਾਡਾ ਕੋਈ ਨੋਇੰਗ ਪਰਸਨ ਜਿਹਨੂੰ ਤੁਸੀਂ ਜਾਣਦੇ ਹੋ ਜੀ ਅਸੀਂ ਉਹ ਖਤਮ ਹੋਏ ਆ, ਉਹ ਕਹਿੰਦੇ ਵੀ ਸਾਡਾ ਵੈਲ ਨੋਨ ਬੰਦਾ ਤਾਂ ਕੋਈ ਨਹੀਂ ਇਹੋ ਜਿਹਾ ਹੋਇਆ, ਪਰ ਪਤਾ ਨਹੀਂ ਅੰਕੜੇ ਕਿੱਥੋਂ ਆਈ ਜਾਂਦੇ ਆ। ਨੋਬਡੀ ਨੋਜ਼ ਜੀ ਸੰਦਰ ਜੀ, ਇਸ ਤਰ੍ਹਾਂ ਵਾ, ਦੇਖੋ ਇੰਡੀਆ ਦੇ ਵਿੱਚ ਇੱਕ ਥੋੜਾ ਜਿਹਾ ਫਰਕ ਆ ਅਮਰੀਕਾ ਨਾਲੋਂ। ਇੱਥੇ ਸਾਡੇ ਸ਼ਾਇਦ ਇਮਿਊਨਿਟੀ ਚੰਗੀ ਆ, ਸਾਡੇ ਰਿਕਵਰੀ ਰੇਟ ਬਹੁਤ ਜ਼ਿਆਦਾ। ਕੇਸਿਸ ਆ ਰਹੇ ਆ, ਕੇਸਿਸ ਤੁਹਾਨੂੰ ਜਿਵੇਂ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਆਲਮੋਸਟ 2 ਲੱਖ ਦੇ ਕਰੀਬ ਕੇਸਿਸ ਹੋ ਗਏ ਆ, ਲੇਕਿਨ ਰਿਕਵਰੀ ਰੇਟ ਕਾਫੀ ਆ। ਸੋ ਮੌਤਾਂ ਵੈਸੇ ਤਾਂ 5500 ਵੀ ਬਹੁਤ ਹੁੰਦੀਆਂ, ਲੇਕਿਨ ਅਮਰੀਕਾ ਦੇ ਹਿਸਾਬ ਨਾਲ ਜਾਂ ਬਾਕੀ ਮੁਲਕਾਂ ਦੇ ਹਿਸਾਬ ਨਾਲ ਡੈਥ ਰੇਟ ਕਾਫੀ ਘੱਟ ਹੈ ਇੱਥੇ। ਹਾਂਜੀ 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 ਪੰਜਾਬ 'ਚ ਵੀ ਇਸੇ ਤਰ੍ਹਾਂ ਹੀ 2300 ਕੇਸ ਆ, ਡੈਥਸ 44-45। ਸੋ ਦਿੱਲੀ ਦੇ ਵਿੱਚ ਵੀ 20-21 ਹਜ਼ਾਰ ਕੇਸ ਆ ਦਿੱਲੀ ਦੇ ਵਿੱਚ, ਔਰ ਡੈਥਸ ਹੋਈਆਂ ਵਾ ਪਰ ਉਨੇ ਵੱਡੇ ਤਾਦਾਦ ਤੇ ਨਹੀਂ ਹੋਈਆਂ ਜਿੰਨੀਆਂ ਬਾਹਰਲੇ ਮੁਲਕਾਂ 'ਚ। ਠੀਕ ਆ ਜੀ। ਹਾਂਜੀ, ਇੱਥੇ ਵੀ ਸਰ ਹੁਣ ਜਿੱਦਾਂ ਹੈਗਾ ਕਿ ਟੈਂਪਰੇਚਰ ਕਾਫੀ ਵਧੀਆ ਹੋ ਰਿਹਾ ਹੈਗਾ ਕਿ ਅਬਵ 80 ਫਾਰਨਹੀਟ 90 ਔਰ 100 ਤੇ ਵੀ ਜਾ ਰਹੇ। ਡਿਫਰੈਂਟ ਸਟੇਟਸ ਤੇ ਡਿਪੈਂਡ ਕਰਦਾ ਵੀ ਕਿੱਥੇ ਤੁਹਾਡੀ ਜਿਹੜੀ ਹੈਗੀ ਲੋਕੇਸ਼ਨ ਹੈਗੀ ਆ। ਪਰ ਆਨ ਦੀ ਹੋਲ ਮੈਨੂੰ ਲੱਗਦਾ ਕਿ ਇਸ ਸਮਰ ਤੋਂ ਬਾਅਦ ਇਹ ਚੀਜ਼ ਇੱਕ ਨਾਰਮਲ ਜੀ ਬਣ ਜਾਣੀ ਹੈ। ਇਹਦੇ ਨਾਲ ਥੋੜੀ ਜਿਹੀ ਇhtiyat ਵਰਤਣੀ ਪੈਣੀ ਹੈਗੀ ਆ। ਬਾਕੀ ਜਿਹੜਾ ਹੈਗਾ ਇਹਨੂੰ ਰੈਗੂਲਰਲੀ ਇੱਕ ਵਾਇਰਸ ਦੇ ਤੌਰ ਤੇ ਲੋਕਾਂ ਨੇ ਲੈਣਾ ਆਪਣਾ, ਜਿਸ ਤਰ੍ਹਾਂ ਪਹਿਲਾਂ ਜ਼ੁਕਾਮ ਰੇਸ਼ਾ ਸੀ ਜਾਂ ਫਲੂ ਸੀ, ਜਦੋਂ ਇਟ ਵਿਲ ਬੀ ਐਡਿੰਗ ਵਨ ਮੋਰ ਵਾਇਰਸ, ਦੈਟਸ ਆਲ। ਇਹਦਾ ਹੱਲ ਇਹੀ ਹੋਣਾ ਸਰ। ਥੈਂਕ ਯੂ ਮਨਜੀਤ ਸੰਦਰ ਜੀ। ਲੋਕਾਂ ਨੂੰ ਨਾਰਮਲ ਕੋਰਸ ਦੇ ਵਿੱਚ ਹੀ ਇਹਨਾਂ ਨਾਲ ਨਜਿੱਠਣਾ ਪਊਗਾ। ਇਹਨੂੰ ਇਟ ਵਿਲ ਬਿਕਮ ਅ ਵੈਰੀ ਨਿਊ ਨਾਰਮਲ ਜਿਹਨੂੰ ਲੋਕ ਕਹਿੰਦੇ ਆ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿਉਂਕਿ ਰਿਕਵਰੀ ਰੇਟ ਚੰਗਾ ਵਾ, ਇਸ ਕਰਕੇ ਸ਼ਾਇਦ ਓਪਨਿੰਗ ਅਪ ਢਿੱਲਾਂ ਦੇਣੀਆਂ ਸਹੀ ਆ। ਦਵਿੰਦਰ ਸਿਆਂ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਰਾਜਵਿੰਦਰ ਪੰਨੂ ਕਹਿ ਰਹੇ ਨੇ ਜੋ ਇੰਡੀਅਨ ਆਰਥਿਕ ਵਿਵਸਥਾ ਦੀ ਹਾਲਤ ਆ, ਸਰਕਾਰ ਕੋਲ ਚੋਇਸ ਹੀ ਕੋਈ ਨਹੀਂ ਸੀ, ਖੋਲ੍ਹਣਾ ਹੀ ਪੈਣਾ ਸੀ, ਨਹੀਂ ਤੇ ਭੁੱਖਮਰੀ ਨਾਲ ਲੋਕੀ ਮਰ ਜਾਣੇ ਸੀ। ਇਹ ਉਹਨਾਂ ਦਾ, ਰਾਜਵਿੰਦਰ ਪੰਨੂ ਹੋਣਾ ਦਾ ਵਿਚਾਰ ਹੈ। ਵਿਲ ਟੇਕ ਇੱਕ ਹੋਰ ਕਾਲ ਲੈ ਕੇ, ਵਿਲ ਟੇਕ ਵਨ ਮੋਰ ਕਾਲ, ਉਸ ਤੋਂ ਬਾਅਦ ਫਿਰ ਛੋਟੀ ਜੀ ਲਵਾਂਗੇ ਬ੍ਰੇਕ। ਹੈਲੋ ਹੈਲੋ ਹਾਂਜੀ ਹਸਨ ਸਾਹਿਬ ਆ ਸਾਰੀ। ਹਾਂਜੀ ਆ ਰਹੀ ਜੀ, ਕੌਣ ਬੋਲ ਰਹੇ? ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਇਕਬਾਲ ਬੋਲਦਾ ਪਿਆ ਵਿਨਿਪੈਗ ਤੋਂ। ਹਾਂਜੀ ਇਕਬਾਲ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਤੁਹਾਡਾ ਕੀ ਵਿਚਾਰ ਆ ਵੀ ਇਹ ਜਦੋਂ ਕੇਸ ਵੱਧ ਰਹੇ ਆ ਭਾਰਤ ਦੇ ਵਿੱਚ ਤੇ ਇਹ ਢਿੱਲਾਂ ਦੇਣੀਆਂ ਸਹੀ ਆ? ਆਪਣਾ ਮੈਂ ਤੁਹਾਨੂੰ ਦੱਸਾਂ ਸੰਧੂ ਸਾਹਿਬ, ਇਹ ਤੁਸੀਂ ਕਹਾਣੀ ਸੁਣੀ ਹੋਣੀ ਆ ਕਿ ਬੰਦੇ ਨੂੰ ਕਿਹਾ ਵੀ ਜਾਂਦਾ ਤੂੰ 176 ਖਾ ਲੈ ਜਾਂ 100 ਗੰਢੇ ਖਾ ਲਾ। ਸੋਹਣੇ ਪਹਿਲਾਂ 80 ਗੰਢੇ ਖਾ ਲਏ, ਫਿਰ ਕਹਿੰਦਾ ਹੁਣ ਕੌੜੇ ਬਹੁਤ ਆ, ਕਹਿੰਦਾ ਇੱਥੋਂ ਮੇਰੇ ਆਈ ਕਰੋ 176 ਹੀ ਮਾਰ ਦੋ। ਸੋ ਉਹ ਕੰਮ ਹੋ ਰਿਹਾ ਹੁਣ। ਇਹਨਾਂ ਨੇ ਹੁਣ ਆਪਣੇ 80 ਗੰਢੇ ਦੇ ਆਸ-ਪਾਸ ਖਾ ਲਏ, ਹੁਣ ਇਹਨਾਂ ਨੇ 176 ਖਾਣੇ। ਸਾਰਾ ਕੁਛ ਹੋ ਰਿਹਾ। ਇਹਨਾਂ ਨੇ ਪਲਾਨ ਪਹਿਲਾਂ ਕੀਤਾ ਨਹੀਂ, ਇਹਨਾਂ ਨੂੰ ਪਲਾਨ ਕਰਨਾ ਚਾਹੀਦਾ ਸੀਗਾ ਕਿ ਕਿੰਨਾ ਕਲੋਜ਼ ਕਰਨਾ, ਕਿਵੇਂ ਕਰਨਾ, ਕਿੰਨਾ ਸ਼ਟਡਾਊਨ ਚਾਹੀਦਾ, ਉਹ ਇਹਨਾਂ ਨੇ ਕੀਤਾ ਨਹੀਂ। ਸੋ ਉਧਰਲੇ ਪਾਸੇ ਚੱਲ ਕੇ ਜਿਵੇਂ ਹਨਾ ਵੀ ਐਵੇਂ ਖਿਆਲ ਆ ਗਿਆ ਹੁੰਦਾ ਵੀ ਚਲੋ ਲਾਕਡਾਊਨ ਕਰ ਦੋ। ਸੋ ਪਲੈਨਿੰਗ ਪਤਾ ਲੱਗ ਗਿਆ ਵੀ ਸੋ ਪਲੈਨਿੰਗ ਦੀ ਕਮੀ ਸੀ। ਵਿਨੀਪੈਗ ਤੋਂ ਇਕਬਾਲ ਸਿੰਘ ਹੁਣੀ ਕਹਿ ਰਹੇ ਆ ਵੀ ਪਲੈਨਿੰਗ ਦੀ ਕਮੀ ਸੀ ਜੋ ਹੁਣ ਬੜੀ ਕਲੀਅਰ ਨਜ਼ਰ ਆ ਰਹੀ ਹੈ। ਕਰਨਲ ਗੁਰਿੰਦਰ ਘੁੰਮਣ ਕਹਿ ਰਹੇ ਨੇ ਵੀ ਰਿਲੈਕਸੇਸ਼ਨ
ਸਹੀ ਕਦਮ ਆ ਕਿਉਂਕਿ ਕੰਪਲੀਟ ਲੋਕਡਾਊਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ, ਨਹੀਂ ਹੋਣਾ। ਇਸ ਕਰਕੇ ਜੋ ਹੋ ਰਿਹਾ ਵਾ ਹੁਣ ਜਿਵੇਂ ਅਨਲੌਕ ਕੀਤਾ ਜਾ ਰਿਹਾ, ਇਹ ਸਹੀ ਕਦਮ ਆ। ਅਰੁਣ ਮਹਿਤਾ, ਸਰਕਾਰਾਂ ਨੇ ਲੋਕਾਂ ਨੂੰ ਮਰਨ ਲਈ ਛੱਡਤਾ, ਆਪਣੇ ਖਰਚੇ ਲਈ ਅਤੇ ਆਪਣੀ ਤਨਖਾਹ ਲਈ। ਉਹਨਾਂ ਨੇ ਕਹਿਤਾ ਵੀ ਜੋ ਹੁੰਦਾ ਉਹ ਹੋਣ ਦਿਓ, ਆਪਾਂ ਅੱਗੇ ਚੱਲੀਏ। ਇੰਝ ਲੱਗ ਰਿਹਾ ਵੀ ਜਿਵੇਂ ਆਰਥਿਕ ਵਿਵਸਥਾ ਨੂੰ ਬਚਾਉਣ ਵਾਸਤੇ ਇਹ ਕੀਤਾ ਜਾ ਰਿਹਾ ਔਰ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਸੀ। ਰਾਣਾ ਪਰਮਜੋਤ ਕਹਿ ਰਹੇ ਨੇ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਇੱਕ ਨੋਰਮਲ ਵਾਇਰਸ ਵਾਂਗੂ ਇਹ ਵਾਇਰਸ ਨੂੰ ਟ੍ਰੀਟ ਕੀਤਾ ਜਾਊਗਾ, ਇਹ ਸ਼ਾਇਦ ਸਹੀ ਗੱਲ ਨਹੀਂ, ਕਿਉਂਕਿ ਕੋਵਿਡ-19 ਜਿਹੜਾ ਵਾ ਇਹ ਕਿਤੇ ਜ਼ਿਆਦਾ ਹੋਰ ਖਤਰਨਾਕ ਹੈ ਬਾਕੀ ਵਾਇਰਸ ਨਾਲੋਂ। ਬਿਲਕੁਲ ਸਹੀ ਹੈ ਜੀ, ਪਰ ਹੁਣ ਆਪਾਂ ਇੱਕ ਨਿਊ ਨਾਰਮਲ ਦੇ ਵਿੱਚ ਰਹਿਣਾ ਸ਼ਾਇਦ ਆਪਾਂ ਨੂੰ ਸਿੱਖਣਾ ਪਊਗਾ। ਦਵਿੰਦਰ ਸਿੰਘ ਸਾਡੇ ਪ੍ਰੋਗਰਾਮ ਦੀ ਤਾਰੀਫ ਕਰੇ, ਬਹੁਤ ਮਿਹਰਬਾਨੀ ਦਵਿੰਦਰ ਸਿੰਘ ਜੀ। ਹੁਣ ਇੱਕ ਛੋਟੀ ਜਿਹੀ ਬ੍ਰੇਕ ਲਈ ਅਸੀਂ ਰੁਕ ਰਹੇ ਹਾਂ। ਬ੍ਰੇਕ ਤੋਂ ਵਾਪਸ ਆ ਕੇ ਅੱਜ ਵਾਲੇ ਮਸਲੇ ਤੇ ਕਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਜਿਹੜੀਆਂ ਢਿੱਲਾਂ ਦਿੱਤੀਆਂ ਜਾ ਰਹੀਆਂ, ਕੇਸਿਸ ਵੱਧ ਰਹੇ ਆ, ਇਹਦੇ ਤੇ ਵਿਚਾਰ ਚਰਚਾ ਆਪਾਂ ਕਰ ਰਹੇ ਹਾਂ। ਜਿਹੜੇ ਫੇਸਬੁੱਕ ਤੇ ਕਮੈਂਟ ਹੈ ਉਹ ਵੀ ਸਾਂਝੇ ਕਰੂੰਗਾ, ਜਿਹੜੇ ਬਾਕੀ ਕਾਲਰਸ ਹੋਲਡ ਕਰਨਗੇ ਜਾਂ ਵੇਟ ਕਰ ਰਹੇ ਆ ਜਾਂ ਕਾਲ ਕਰਨਗੇ ਉਹਨਾਂ ਦਾ ਸਾਨੂੰ ਇੰਤਜ਼ਾਰ ਆ ਔਰ ਉਹਨਾਂ ਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by Prime Link Express, a Gurmeet Mali, Union Truck Stop, Bakersfield, Sukhi Kuman,